ਲੋਕ ਸਭਾ ਦੇ ਵਿੱਚ ਨਾਰੀ ਸ਼ਕਤੀ ਬੰਧਨ ਬਿੱਲ ਤੇ ਅੱਜ ਹੋਵੇਗੀ ਬਹਿਸ। ਸਰਕਾਰ ਦੇ ਵੱਲੋਂ ਅੱਜ ਹੀ ਬਿੱਲ ਨੂੰ ਪਾਸ ਕਰਵਾਉਣ ਦੀ ਹੋਵੇਗੀ ਕੋਸ਼ਿਸ਼। ਨਵੇਂ ਬਿੱਲ ਦੇ ਮੁਤਾਬਿਕ ਲੋਕ ਸਭਾ ਦੇ ਵਿੱਚ ਮਹਿਲਾਵਾਂ ਦੇ ਲਈ ਰਿਜ਼ਰਵ ਹੋਣਗੇ 181 ਸੀਟਾਂ। ਵਿਧਾਨ ਸਭਾਵਾਂ ਦੇ ਵਿੱਚ ਵੀ 33% ਸੀਟਾਂ ਹੋਣਗੀਆਂ ਰਾਖਵੀਆਂ। ਮਹਿਲਾ ਰਾਖਵਾਗਣ ਬਿੱਲ ਨੂੰ ਲੈ ਕੇ ਕ੍ਰੈਡਿਟ ਲੈਣ ਦੀ ਹੋੜ। ਕਾਂਗਰਸ ਨੇ ਆਪਣੀ ਸਰਕਾਰ ਵੇਲੇ ਦਾ ਬਿੱਲ ਹੋਣ ਦਾ ਕੀਤਾ ਦਾਅਵਾ ਤਾਂ ਅਮਿਤ ਸ਼ਾਹ ਬੋਲੇ ਪੁਰਾਣੇ ਬਿੱਲ ਦੀ ਮਿਆਦ ਹੋਈ ਖਤਮ। ਭਾਰਤ ਦੇ ਐਕਸ਼ਨ ਤੋਂ ਬਾਅਦ ਟਰੂਡੋ ਦਾ ਨਵਾਂ ਬਿਆਨ। ਅਸੀਂ ਭਾਰਤ ਨੂੰ ਉਕਸਾ ਨਹੀਂ ਰਹੇ, ਭਾਰਤ ਮਸਲੇ ਤੇ ਦਿਖਾਵੇ ਗੰਭੀਰਤਾ। ਪਹਿਲਾਂ ਨਿੱਜਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਜਤਾਇਆ ਸੀ ਸ਼ੱਕ। ਨਿੱਜਰ ਕਤਲकांड ਦੇ ਵਿੱਚ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਐਕਸਪੈਲ ਤਾਂ ਭਾਰਤ ਨੇ ਵੀ ਕੀਤੀ ਜਵਾਬੀ ਕਾਰਵਾਈ। ਕੈਨੇਡਾ ਦੇ ਹਾਈ ਕਮਿਸ਼ਨ ਨੂੰ ਕੀਤਾ ਤਲਬ, ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ। 5 ਦਿਨਾਂ ਦੇ ਅੰਦਰ ਭਾਰਤ ਛੱਡਣ ਦੇ ਹੁਕਮ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਾਰ। ਕਿਹਾ ਵੋਟ ਬੈਂਕ ਦੇ ਚੱਕਰ ਦੇ ਵਿੱਚ ਫਸ ਗਏ ਟਰੂਡੋ। ਸਿਆਸਤ ਦੇ ਲਈ ਦਾਅ ਤੇ ਲਾਏ ਡਿਪਲੋਮੈਟਿਕ ਰਿਸ਼ਤੇ। ਟਰੂਡੋ ਨੇ ਭਾਰਤ ਵਿਰੋਧੀ ਤਾਕਤਾਂ ਨੂੰ ਦਿੱਤਾ ਫ੍ਰੀ ਹੈਂਡ। ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦੀ ਪਾਰਟੀ ਲੀਡਰਾਂ ਨੂੰ ਸਲਾਹ। ਅਨੁਸ਼ਾਸਨ ਜ਼ਰੂਰੀ। ਮੀਡੀਆ ਦੇ ਵਿੱਚ ਦਿੱਤੀ ਨਿੱਜੀ ਰਾਏ ਮਨਜ਼ੂਰ ਨਹੀਂ। ਸਟੇਟ ਬਾਡੀ ਦੀ ਸਹਿਮਤੀ ਦੇ ਨਾਲ ਹੀ ਹਾਈ ਕਮਾਨ ਲਵੇਗੀ ਗਠਜੋੜ ਤੇ ਫੈਸਲਾ। ਮੁਕਤਸਰ ਬੱਸ ਹਾਦਸੇ ਦੇ ਵਿੱਚ ਡਰਾਈਵਰ ਦੇ ਖਿਲਾਫ ਕੇਸ ਦਰਜ। ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਡਰਾਈਵਰ। ਪਿੰਡ ਝਬੇਲਵਾਲੀ ਦੇ ਕੋਲ ਨਹਿਰ ਦੇ ਵਿੱਚ ਡਿੱਗੀ ਸੀ ਸਵਾਰੀਆਂ ਨਾਲ ਭਰੀ ਬੱਸ। 8 ਸਵਾਰੀਆਂ ਦੀ ਮੌਤ, 11 ਜ਼ਖਮੀ। ਬਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਰਿਸ਼ਵਤ ਲੈਂਦੇ 2 ਮੁਲਜ਼ਮ ਰੰਗੇ ਹੱਥੀ ਕੀਤੇ ਕਾਬੂ। ਲੇਬਰ ਮਹਿਕਮੇ ਦੇ ਮੁਲਾਜ਼ਮਾਂ ਤੇ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ। ਮੌਕੇ ਤੇ ਹੋਇਆ ਜ਼ਬਰਦਸਤ ਹੰਗਾਮਾ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅੱਜ ਮਾਨਸਾ ਕੋਰਟ ਸਾਰੇ ਮੁਲਜ਼ਮਾਂ ਦੀ ਪੇਸ਼ੀ। ਕੋਰਟ ਨੇ ਫਿਜ਼ੀਕਲ ਤੌਰ ਤੇ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਦਿੱਤੇ ਨੇ ਹੁਕਮ, ਪਰ ਹੁਣ ਤੱਕ ਕੋਰਟ ਦੇ ਵਿੱਚ ਨਹੀਂ ਲਿਆਂਦੇ ਗਏ ਮੁਲਜ਼ਮ। ਪੰਜਾਬੀ ਗਾਇਕ ਸ਼ੁਭ ਦੀਆਂ ਵਧੀਆਂ ਮੁਸ਼ਕਿਲਾਂ। ਬੋਟ ਕੰਪਨੀ ਨੇ ਇੰਡੀਆ ਟੂਰ ਦੀ ਸਪਾਂਸਰਸ਼ਿਪ ਕੀਤੀ ਰੱਦ। 23 ਸਤੰਬਰ ਤੋਂ ਸ਼ੁਰੂ ਹੋ ਰਿਹਾ ਇੰਡੀਆ ਟੂਰ। ਸ਼ੁਭ ਨੇ ਭਾਰਤ ਦੇ ਵਿਵਾਦਿਤ ਨਕਸ਼ੇ ਨੂੰ ਕੀਤਾ ਸੀ ਪੋਸਟ। ਅਤੇ ਦੇਸ਼ ਦੇ 8 ਮੈਟਰੋ ਸ਼ਹਿਰਾਂ ਦੇ ਵਿੱਚ ਲਾਂਚ ਹੋਇਆ ਜੀਓ 에ਅਰ ਫਾਈਬਰ। 599 ਰੁਪਏ ਦੇ ਵਿੱਚ ਸਭ ਤੋਂ ਸਸਤਾ ਪਲਾਨ। 5G ਸਪੀਡ ਦੇਵੇਗਾ ਪਲੱਗ ਐਂਡ ਪਲੇ ਡਿਵਾਈਸ। न्यूज़ 18 पंजाब हरियाणा ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਲੈ ਕੇ ਹਾਜ਼ਰ ਹਾਂ ਗੁੱਡ ਮਾਰਨਿੰਗ ਪੰਜਾਬ। ਤੇ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਭਾਰਤ ਦੇ ਐਕਸ਼ਨ ਤੋਂ ਬਾਅਦ ਜਸਟਿਨ ਟਰੂਡੋ ਦੇ ਤੇਵਰ ਨਰਮ ਪੈ ਗਏ। ਕੈਨੇਡਾ ਦੇ ਪੀਐਮ ਦਾ ਨਵਾਂ ਬਿਆਨ ਸਾਹਮਣੇ ਆਇਆ। ਅਸੀਂ ਭਾਰਤ ਨੂੰ ਉਕਸਾ ਨਹੀਂ ਰਹੇ, ਟਰੂਡੋ ਕਹਿ ਰਹੇ। ਭਾਰਤ ਮਸਲੇ ਤੇ ਗੰਭੀਰਤਾ ਦਿਖਾਵੇ, ਟਰੂਡੋ ਨੇ ਕਿਹਾ, ਤੇ ਭਾਰਤ ਨੂੰ ਇਸ ਮਸਲੇ ਤੇ ਗੰਭੀਰਤਾ ਵਿਖਾਉਣ ਦੀ ਲੋੜ ਹੈ। ਟਰੂਡੋ ਨੇ ਰॉयटर्स ਨੂੰ ਬਿਆਨ ਦਿੱਤਾ ਹੈ। ਖਬਰ ਏਜੰਸੀ ਰॉयटर्स ਨੂੰ ਬਿਆਨ ਦਿੰਦਿਆਂ ਟਰੂਡੋ ਨੇ ਕਿਹਾ, ਪਹਿਲਾਂ ਕੈਨੇਡੀਅਨ ਪੀਐਮ ਨੇ ਅਤਵਾਦੀ ਨਿੱਜਰ ਦੇ ਕਤਲ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਸ਼ੱਕ ਜਤਾਇਆ ਸੀ। ਕੈਨੇਡੀਅਨ ਗਵਰਨਮੈਂਟ ਨੇ ਕਾਰਵਾਈ ਕੀਤੀ। ਉਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ। ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਦੇਸ਼ ਛੱਡ ਕੇ ਜਾਣ ਦੇ ਲਈ ਕਿਹਾ। ਚਾਰੇ ਪਾਸੇ ਸਵਾਲ ਖੜੇ ਹੋਏ ਤਾਂ ਟਰੂਡੋ ਦੇ ਸੁਰ ਨਰਮ ਪੈਂਦੇ ਹੋਏ ਨਜ਼ਰ ਆਏ। As I've said, India and the government of India needs to take this matter with the utmost seriousness. We are doing that. We are not looking to provoke or escalate. We are simply laying out the facts as we understand them, and we want to work with the government of India to lay everything clear and to ensure that there is proper process. One of the things that is so important today is that India and the government of India takes seriously this matter. It is extremely serious, and it has far-reaching consequences in international law and otherwise. For Canada, as I said yesterday, we're going to remain calm. We're going to remain grounded in our democratic principles and values. We're going to follow the evidence and make sure that the work is done to hold people to account. Why did you go public with this now? Over the course of the summer, we have been working closely with our intelligence agencies who are
moving forward in their analysis. We wanted to make sure that we had solid grounding in understanding what was going on in analysis and indeed in facts. We wanted to make sure we were taking the time to talk with our allies, to share what we knew. We wanted to make sure that we fully shared with the government of India the seriousness and the depths of our preoccupations and indeed conclusions. But Canadians have a right to know and need to know when things are going on like this, and that's why we made the decision ਸੋ ਜਸਟਿਨ ਟਰੂਡੋ ਜਿਸ ਤਰੀਕੇ ਆਪਣੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ, ਸਾਫ਼ ਕਹਿ ਰਹੇ ਨੇ ਕਿ ਅਸੀਂ ਪ੍ਰੋਵੋਕ ਨਹੀਂ ਕਰ ਰਹੇ ਇੰਡੀਅਨ ਗਵਰਨਮੈਂਟ ਨੂੰ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਸਰਕਾਰ ਲਵੇ। ਪਰ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੋਇਆ ਕੀ ਕੁਝ ਹੈ, ਕੈਨੇਡਾ ਦੇ ਬਿਆਨ ਕਿਸ ਤਰੀਕੇ ਸਾਹਮਣੇ ਆਏ, ਇਹ ਰਿਪੋਰਟ ਵੇਖ। 18 ਜੂਨ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਤੇ ਹੁਣ ਇਸੇ ਮੁੱਦੇ ਤੇ ਭਾਰਤ ਤੇ ਕੈਨੇਡਾ ਆਮੋ ਸਾਹਮਣੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਦੀ ਸੰਸਦ ਦੇ ਵਿੱਚ ਬੋਲਦਿਆਂ ਭਾਰਤ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਇੱਥੋਂ ਤੱਕ ਕਹਿ ਦਿੱਤਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ ਤੇ ਬੁਖਲਾਹਟ ਦੇ ਵਿੱਚ ਆਏ ਕੈਨੇਡੀਅਨ ਪੀਐਮ ਨੇ ਇੰਡੀਅਨ ਡਿਪਲੋਮੈਟ ਨੂੰ ਵੀ ਕੈਨੇਡਾ ਤੋਂ ਬਾਹਰ ਕਰ ਦਿੱਤਾ ਤੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਵਿੱਚ ਕਿਸੇ ਵੀ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ। Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. ਸਿਰਫ ਜਸਟਿਨ ਟਰੂਡੋ ਹੀ ਨਹੀਂ, ਕੈਨੇਡਾ ਦੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਵੀ ਸਾਹਮਣੇ ਆਏ ਤੇ ਸਪਸ਼ਟ ਕੀਤਾ ਕਿ ਵਿਦੇਸ਼ੀ ਦਖਲ-ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Clear, we will not tolerate any form of foreign interference. Since this was brought to our attention, we've been guided by 3 principles. The first one, we will seek the truth. The second one, we will protect Canadians at all times. And thirdly, we will protect Canada's sovereignty. ਜਦੋਂ ਕੈਨੇਡਾ ਦੇ ਪੀਐਮ ਨੇ ਭਾਰਤ ਤੇ ਗੰਭੀਰ ਇਲਜ਼ਾਮ ਲਗਾਇਆ ਤਾਂ ਇੰਡੀਅਨ ਡਿਪਲੋਮੈਟ ਖਿਲਾਫ ਐਕਸ਼ਨ ਲਿਆ ਤਾਂ ਅੱਗੋਂ ਭਾਰਤ ਸਰਕਾਰ ਦੇ ਵੱਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਵੱਡਾ ਐਕਸ਼ਨ ਲੈਂਦਿਆਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕਰ ਲਿਆ ਤੇ ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ 5 ਦਿਨਾਂ ਦੇ ਵਿੱਚ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਭਾਰਤ ਤੇ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਤੇ ਪ੍ਰੇਰਿਤ ਨੇ। ਕੈਨੇਡਾ ਦੇ ਪੀਐਮ ਦੇ ਵੱਲੋਂ ਲਾਏ ਇਲਜ਼ਾਮ ਬੇਬੁਨਿਆਦ ਨੇ। ਕੈਨੇਡਾ ਦੇ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਇਲਜ਼ਾਮ ਬੇਤੁਕ ਹੈ। ਖਾਲਿਸਤਾਨੀ ਅੱਤਵਾਦੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਕੈਨੇਡਾ ਸਖਤ ਕਾਨੂੰਨੀ ਕਾਰਵਾਈ ਕਰੇ। ਕੈਨੇਡਾ ਤੋਂ ਖਾਲਿਸਤਾਨੀ ਅੱਤਵਾਦੀ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਲਈ ਖਤਰਾ ਹੈ। ਖਾਲਿਸਤਾਨੀ ਅੱਤਵਾਦੀਆਂ ਦੇ ਮੁੱਦੇ ਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੇ ਸਿਆਸਤਦਾਨਾਂ ਦੇ ਵੱਲੋਂ ਅੱਤਵਾਦੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੇ ਵਿੱਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਕਈ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਜਗ੍ਹਾ ਦੇਣੀ ਨਵੀਂ ਗੱਲ नहीं। अगर वह पिछवाड़े में सांप पालेंगे तो अंधकथवा उन्हीं को डसेंगे और वह सोचते हैं कि इन लोगों का समर्थन देकर या ऐसे लोग वहाँ पर कनाडा में रहकर कोई खालिस्तान की बात करके खालिस्तान प्राप्त करेंगे, ऐसा होने वाला नहीं। भारत में तो खालिस्तान का कोई जिक्र भी नहीं। हाँ, अगर वो कनाडा में से कोई टुकड़ा देना चाहते हो खालिस्तान का, दें, उनकी इच्छा है, परंतु ये अपेक्षा करें कि भारत इनकी इन सब धमकियों से या इनके इस व्यवहार से कहीं दब जाएगा, उनकी गलतफहमी है। ਜ਼ਿਕਰਯੋਗ ਹੈ ਕਿ ਅੱਤਵਾਦੀ ਹਰਦੀਪ ਸਿੰਘ ਨਿੱਜਰ ਕੈਨੇਡਾ ਬੇਸਡ ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਸੀ। KTF ਮੋਡਿਊਲ ਦੇ ਮੈਂਬਰਾਂ ਨੂੰ ਟ੍ਰੇਨਿੰਗ ਅਤੇ ਵਿੱਤੀ ਮਦਦ ਦੇ ਵਿੱਚ ਸ਼ਾਮਲ ਸੀ। NIA ਦੀ ਸੂਚੀ ਦੇ ਵਿੱਚ ਵਾਂਟਡ ਸੀ, ਜਿਸ ਤੇ ਭਾਰਤ ਸਰਕਾਰ ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਕੈਨੇਡਾ ਤੋਂ ਭਾਰਤ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੰਜਾਬ ਦੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ, ਜੋ ਜਲੰਧਰ ਦੇ ਵਿੱਚ ਸਾਲ 2021 ਦੇ ਵਿੱਚ ਹੋਏ ਪੁਜਾਰੀ ਕਮਲਦੀਪ ਦੇ ਕਤਲ ਦਾ ਮਾਸਟਰਮਾਈਂਡ ਸੀ, ਜਿਸ ਦੇ ਵੱਲੋਂ ਡੇਰਾ ਸਮਰਥਕ ਮਨੋਹਰ ਲਾਲ ਦਾ ਵੀ ਕਤਲ ਕਰਵਾਇਆ ਗਿਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਸੋ ਇਹ ਪੂਰੇ ਦਾ ਪੂਰਾ ਘਟਨਾਕ੍ਰਮ ਸੀਗਾ, ਜਿਸ ਤੋਂ ਬਾਅਦ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋਇਆ ਔਰ ਬਿਆਨਬਾਜ਼ੀਆਂ ਦੇ ਦੌਰ ਦੇ ਵਿਚਾਲੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੁਰ ਨਰਮ ਪੈਂਦੇ ਨਜ਼ਰ ਆ ਰਹੇ ਨੇ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਰਤ ਦੀ ਸਿਆਸਤ ਵੀ ਗਰਮਾਈ ਹੋਈ ਹੈ ਤੇ ਟਰੂਡੋ ਦੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ प्रतिक्रम सामने आ रहे हैं। कनाडा के प्रधानमंत्री और वहां के विदेश मंत्री ने सदन के अंदर तथ्यविहीन और हास्यास्पद बयान दिया है, वो निंदनीय है। भारत के अंदर सभी जातियां, धर्म, पंथ के लोग मिलजुल कर कानून के शासन के मुताबिक काम करते हैं, इसलिए कनाडा को भारत विरोधी शक्तियों को आश्रय जो दिया है वो गलत है। उन्हें तथ्यहीन कोई भी ऐसी बातचीत नहीं करनी चाहिए। बहुत सीरीਅਸ ਐਲੀਗੇਸ਼ਨ ਹੈ। ਇਹਦੇ ਨਾਲ ਦੇਸ਼ ਦੀ ਰੈਪੂਟੇਸ਼ਨ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਖਰਾਬ ਹੁੰਦੀ ਹੈ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਸਾਰੀ ਸਥਿਤੀ ਜਿਹੜੀ ਹੈ ਉਹ ਦੇਸ਼ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਉਹਨਾਂ ਨੂੰ ਅੱਜ ਰੱਖਣੀ ਚਾਹੀਦੀ, ਕਿਉਂਕਿ ਜੇ ਉਸ ਪਾਸਿਓਂ ਪ੍ਰਧਾਨ ਮੰਤਰੀ ਆਪ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਆ ਤੇ ਸਾਡੇ ਵੀ ਅਸੀਂ ਚਾਹਾਂਗੇ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਸੰਬੰਧ ਦੇ ਵਿੱਚ ਸਾਰਾ ਵਿਸਤਾਰ ਉਹਨਾਂ ਨੂੰ ਦੱਸਣਾ ਚਾਹੀਦਾ, ਕਿਉਂਕਿ ਇਹੋ ਜਿਹੀਆਂ ਗੱਲਾਂ ਦੇ ਨਾਲ ਜਿਹੜੇ ਆਪਸੀ ਰਿਲੇਸ਼ਨਸ ਵੀ ਇਫੈਕਟ ਹੁੰਦੇ ਆ। ਜੋ ਵੀ ਤੱਥ ਹੈ ਨੇ ਸਹੀ, ਉਹ ਦੁਨੀਆ ਦੇ ਸਾਹਮਣੇ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਰੱਖਣੇ ਚਾਹੁੰਦੇ। बिना इंक्वायरी, बिना गलबात कीते एंड सच अ बिग स्टेटमेंट तुसी चुप करके देती है। इस तरह भारत नहीं करता है, इस तरह की कोई गल नहीं है। तुसी दसो किन्ना कारणा करके ये जेड़े मर्डर होया जां की होया, भारत ने कदे ऐसा नहीं किया, देश हिंदुस्तान ने कदे नहीं ऐसा किया। और जस्टिन ट्रूडो नूं देश के प्रधानमंत्री है, असीं उन्हां दी इज्जत ते सत्कार करते हैं। बिल्कुल इस तरह का बयानबाजी कोई शोभा नहीं दिंदी किसी देश दूसरे। ਉਧਰ ਅੱਤਵਾਦੀ ਹਰਦੀਪ ਨਿੱਜਰ ਦੇ ਕਤਲ ਤੇ ਟਰੂਡੋ ਦੇ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਦੇਸ਼ ਦੀ ਪੰਥਕ ਸਿਆਸਤ ਵੀ ਪੱਕੀ ਹੋਈ ਹੈ, ਸਿੱਖ ਸਿਆਸਤ ਗਰਮਾਈ ਹੋਈ ਹੈ। ਐਸਜੀਪੀਸੀ ਨੇ ਇਸ ਨੂੰ ਗੰਭੀਰ ਮਸਲਾ ਦੱਸਿਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਨੂੰ ਕੈਨੇਡਾ ਦੀ ਅੰਦਰੂਨੀ ਸਿਆਸਤ ਦੇ ਨਾਲ ਜੋੜਿਆ। ਅਸੀਂ ਚਾਹਾਂਗੇ ਕਿ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਿੱਖ ਇਸ ਨੂੰ ਗੰਭੀਰਤਾ ਨਾਲ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਪੂਰਨ ਤੌਰ ਤੇ ਫਿਕਰਮੰਦ ਹੈ ਤੇ ਦੇਸ਼ ਦੀ ਜਿਹੜੀ ਸਰਕਾਰ ਹੈ ਉਹਦੇ ਤੱਕ ਇਹਨਾਂ ਆਈਆਂ ਖਬਰਾਂ ਦਾ ਜਿਹੜਾ ਜਵਾਬ ਮੰਗਣ ਵਾਸਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਪੱਤਰਾਚਾਰ ਦੇਸ਼ ਦੀ ਸਰਕਾਰ ਨੂੰ जरूर करांगे। मुझे लगता है ये कहीं ना कहीं दबाव की नीति चल रही है, क्योंकि इलेक्शंस का दौर है और कनाडा में भी इलेक्शंस होने जा रहे हैं। सो वहाँ पर बहुत बड़ी गिनती में जो है वो ऐसे लोग जो एक्टिविस्ट पुराने समय के रहे हैं, उनका बहुत बड़ा एक इस वक्त संगठन वहाँ काम कर रहा है और उसके अधीन कोई ना कोई ये बात हुई है और मुझे लगता है कि ये कोई अच्छे। उधर पीएम ट्रूडो के वालों दिए गए बयान से सवाल करदियां कांग्रेस एमपी रवनीत बिट्टू ने कहा कि हरदीप निज्जर वर्गे लोगों ने कैनेडा के गुरु घरां ते कब्जा किया होया सी ते गुरु घर दा पैसा वो ट्रूडो की पार्टी नूं दिंदे सन। इस दे लई ट्रूडो अजिहे बयान दे रहे हैं, जबकि एमपी सिमरनजीत सिंह मान ने कहा कैनेडा के प्रधानमंत्री का बयान खतरनाक है पर सच है। जिन्ने पंजाब दे जां होर भी जिन्ने गैंगस्टर ने बड़े, वो सारिਆਂ ਨੂੰ ਪਨਾਹ ਕਿੱਥੇ ਦਿੱਤੀ ਹੋਈ ਆ? ਕੈਨੇਡਾ ਦੇ ਵਿੱਚ। ਤੇ ਇਹਨਾਂ ਦੀ ਆਪਸ ਵਿੱਚ ਉੱਥੇ ਲੜਾਈ ਆ ਜਿਹੜੀ ਡਰੱਗ ਦੀ, ਜਾਂ ਸਾਡੇ ਪਵਿੱਤਰ ਗੁਰਦੁਆਰਾ ਸਾਹਿਬ ਉਹਨਾਂ ਦੇ ਕਬਜ਼ੇ ਕੀਤੇ ਹੋਏ ਇਹਨਾਂ ਨੇ। ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜਿੱਥੇ ਨੇ ਉੱਥੇ ਜਾਣਾ ਸ਼ਰਧਾ ਨਾਲ, ਪਰ ਉਹਨਾਂ ਦੇ ਉੱਤੇ ਜਿਹੜੇ ਪ੍ਰਧਾਨ ਨੇ ਉਹ ਨਿੱਜਰ ਵਰਗੇ ਕੁੰਡੇ ਬਣੇ ਹੋਏ ਨੇ ਤੇ ਉੱਥੇ ਦਾ ਪੈਸਾ ਵੀ ਆ ਜਿਹੜਾ ਸਾਰੇ ਦਾ ਸਾਰਾ ਉਹ ਵੀ ਟਰੂਡੋ ਵਰਗੇ ਦੀ ਪਾਰਟੀ ਨੂੰ ਜਾਂਦਾ, ਉਹ ਉਹਨੂੰ ਤਕਲੀਫ ਆ। कनाडा को मिनी पंजाब कहा जाता है कि काफ़ी लोग पंजाब से या भारत के अलग अलग कोने से कनाडा जाते हैं, वहाँ पे बसे हुए हैं। ऐसे में इस घटना के बाद दोनों देशों के रिश्तों की क्या आप समझ सकते हैं कि दोनों के दो देशों के जो रिश्ते हैं वो ख़राब होते हुए नज़र आ रहे हैं? रिश्ता तो बहुत ख़राब होगा, क्यों करके सबसे सीनियर अफसर जो मामले का है इंटेलिजेंस का, ओटावा जो उनकी राजधानी है कनाडा की, उधर से बाहर निकाल दिया गया है इंडिया का, और इंडिया ने भी इधर कनाडा का कोई सफ़ीर उसको निकाल दिया गया है। तो ये मामला मेरा ख्याल यूनाइटेड नेशंस में भी जाएगा, और क्यों करके कनाडा में ये हत्या हुई है तो अमेरिका और ब्रिटानिया, न्यूजीलैंड और ऑस्ट्रेलिया जिनके साथ कनाडा का अलायंस है वो बहुत इसको संजीदगी के साथ इसको।
ਤੇ ਉਧਰ ਭਾਰਤ ਦੇ ਨਾਲ ਵਿਵਾਦ ਦੇ ਵਿਚਾਲੇ ਕੈਨੇਡਾ ਦੀ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਸਾਹਮਣੇ ਆਈ ਹੈ। ਜੰਮੂ ਕਸ਼ਮੀਰ ਦੀ ਯਾਤਰਾ ਕਰਨ ਤੋਂ ਬਚੋ, ਕੈਨੇਡਾ ਨੇ ਇਹ ਕਿਹਾ। ਪੰਜਾਬ, ਰਾਜਸਥਾਨ ਤੇ ਗੁਜਰਾਤ ਦੀ ਯਾਤਰਾ ਤੋਂ ਵੀ ਬਚੋ। ਭਾਰਤ ਦੇ ਵਿੱਚ ਪਾਕਿਸਤਾਨ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਯਾਤਰਾ ਨਾ ਕਰੋ, ਕੈਨੇਡਾ ਨੇ ਕਿਹਾ। ਪਾਕਿਸਤਾਨ ਦੇ ਨਾਲ ਲੱਗਦੇ 10 ਕਿਲੋਮੀਟਰ ਦੇ ਖੇਤਰਾਂ ਦੇ ਵਿੱਚ ਯਾਤਰਾ ਤੋਂ ਬਚਿਆ ਜਾਵੇ। ਕੈਨੇਡਾ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ। ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ, ਕੱਟੜਵਾਦ, ਨਾਗਰਿਕ ਅਸ਼ਾਂਤੀ ਤੇ ਕਿਡਨੈਪਿੰਗ ਦਾ ਖਤਰਾ ਹੈ। ਕੈਨੇਡਾ ਇਹ ਹਵਾਲਾ ਦੇ ਰਿਹਾ ਹੈ। ਐਡਵਾਈਜ਼ਰੀ ਜਾਰੀ ਕੀਤੀ ਗਈ, ਟਰੈਵਲ ਐਡਵਾਈਜ਼ਰੀ ਆਪਣੇ ਨਾਗਰਿਕਾਂ ਦੇ ਲਈ ਕੈਨੇਡਾ ਨੇ ਜਾਰੀ ਕਰ ਦਿੱਤੀ ਹੈ। ਇੱਕ ਪਾਸੇ ਟਰੂਡੋ ਦੇ ਸੁਰ ਨਰਮ ਪਏ ਸੀ, ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਜਿਸ ਨੂੰ ਡਿਪਲੋਮੈਟਿਕ ਕਦਮ ਕਿਹਾ ਜਾਂਦਾ ਹੈ, ਇੱਕ ਕਿਤੇ ਨਾ ਕਿਤੇ ਪ੍ਰੈਸ਼ਰ ਬਿਲਡਅਪ ਕਰਨ ਦੀ ਸਟ੍ਰੈਟੇਜੀ ਜਿਹੜੀ ਹੁੰਦੀ ਹੈ, ਜਾਂ ਇਹ ਕਹਿ ਲਿਆ ਜਾਵੇ ਕਿ ਆਪਣੇ ਮੁਲਕ ਦੇ ਵੱਲੋਂ ਸਵਾਲ ਚੁੱਕਣ ਵਾਲੀ ਜਾਂ ਪੁਆਇੰਟ ਆਊਟ ਕਰਨ ਦੀ ਇੱਕ ਸਟ੍ਰੈਟੇਜੀ ਜਿਹੜੀ ਹੁੰਦੀ ਹੈ, ਉਸ ਰਣਨੀਤੀ ਦੇ ਤਹਿਤ ਕਿਤੇ ਨਾ ਕਿਤੇ ਕੈਨੇਡਾ ਹੁਣ ਕਦਮ ਚੁੱਕਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਪ੍ਰੋਵੋਕ ਨਹੀਂ ਕਰ ਰਹੇ ਇੰਡੀਅਨ ਗਵਰਨਮੈਂਟ ਨੂੰ, ਔਰ ਅਸੀਂ ਚਾਹੁੰਦੇ ਹਾਂ ਕਿ ਗੰਭੀਰਤਾ ਨਾਲ ਇਸ ਮਸਲੇ ਤੇ ਚਰਚਾ ਹੋਵੇ। ਪਰ ਫਿਲਹਾਲ ਦੀ ਘੜੀ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕੈਨੇਡੀਅਨ ਵਸਨੀਕਾਂ ਦੇ ਲਈ, ਤੇ ਸਪਸ਼ਟ ਕਹਿ ਦਿੱਤਾ ਗਿਆ ਹੈ ਕੁਝ ਪਾਰਟਿਕੂਲਰ ਏਰੀਆਜ਼ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਔਰ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਸਪਸ਼ਟ ਕੀਤਾ ਗਿਆ ਹੈ ਕੈਨੇਡਾ ਦੇ ਵੱਲੋਂ ਆਪਣੇ ਵਸਨੀਕਾਂ ਨੂੰ। ਉਧਰ ਲੋਕ ਸਭਾ ਦੇ ਵਿੱਚ ਨਾਰੀ ਸ਼ਕਤੀ ਵੰਦਨ ਬਿੱਲ ਤੇ ਅੱਜ ਬਹਿਸ ਹੋਵੇਗੀ। ਸਰਕਾਰ ਦੇ ਵੱਲੋਂ ਅੱਜ ਹੀ ਬਿੱਲ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਹੋਵੇਗੀ। ਨਵੇਂ ਬਿੱਲ ਦੇ ਮੁਤਾਬਿਕ ਲੋਕ ਸਭਾ ਦੇ ਵਿੱਚ ਮਹਿਲਾਵਾਂ ਦੇ ਲਈ 181 ਸੀਟਾਂ ਰਿਜ਼ਰਵ ਹੋ ਜਾਣਗੀਆਂ। ਵਿਧਾਨ ਸਭਾਵਾਂ ਦੇ ਵਿੱਚ ਵੀ 33% ਸੀਟਾਂ ਰਾਖਵੀਆਂ ਹੋਣਗੀਆਂ। ਕੱਲ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬਿੱਲ ਪੇਸ਼ ਕੀਤਾ ਸੀ। ਨਾਰੀ ਸ਼ਕਤੀ ਵੰਦਨ ਬਿੱਲ ਤੇ ਲੋਕ ਸਭਾ ਦੇ ਵਿੱਚ ਭਾਰੀ ਹੰਗਾਮਾ ਹੋਇਆ। ਮਹਿਲਾ ਰਾਖਵਾਂਕਰਨ ਦੀ ਮਿਆਦ 15 ਸਾਲ ਦੀ ਹੋਵੇਗੀ। 15 ਸਾਲਾਂ ਬਾਅਦ ਪਾਰਲੀਮੈਂਟ ਮੁੜ ਵਿਚਾਰ ਕਰੇਗੀ, ਅਰਜੁਨ ਰਾਮ ਮੇਘਵਾਲ ਨੇ ਕਿਹਾ। ਲੋਕ ਸਭਾ ਦੇ ਵਿੱਚ ਮਹਿਲਾਵਾਂ ਦੇ ਲਈ 181 ਸੀਟਾਂ ਰਿਜ਼ਰਵ ਹੋਣਗੀਆਂ। ਮਹਿਲਾ ਸਸ਼ਕਤੀਕਰਨ ਬਿੱਲ, ਜਿਸ ਨੂੰ ਨਾਰੀ ਸ਼ਕਤੀ ਵੰਦਨ ਬਿੱਲ ਨਾ ਦਿੱਤਾ ਗਿਆ ਹੈ, ਤੇ ਮਹਿਲਾਵਾਂ ਦੇ ਰਾਖਵੇਂਕਰਨ ਦੀ ਇਹ ਗੱਲ ਕਰਦਾ ਹੈ। ਸਥਾਨਕ ਸਰਕਾਰਾਂ ਦੇ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਦੇ ਤਕਰੀਬਨ ਸਾਰੇ ਅਦਾਰਿਆਂ ਵਿੱਚ, ਫਿਰ ਭਾਵੇਂ ਉਹ ਸੂਬਾ ਪੱਧਰ ਤੇ ਵਿਧਾਨ ਸਭਾਵਾਂ ਹੋਣ ਜਾਂ ਫਿਰ ਲੋਕ ਸਭਾ ਹੋਵੇ, ਹਰ ਥਾਂ ਤੇ ਜਿਹੜਾ ਹੈਗਾ ਮਹਿਲਾਵਾਂ ਦੇ ਲਈ ਰਾਖਵੇਂਕਰਨ ਦੀ ਇਹ ਬਿੱਲ ਵਕਾਲਤ ਕਰਦਾ। ਔਰ ਇਸ ਬਿੱਲ ਨੂੰ ਲੈ ਕੇ ਕ੍ਰੈਡਿਟ ਵਾਰ ਵੀ ਸ਼ੁਰੂ ਹੋਇਆ ਹੈ। ਕ੍ਰੈਡਿਟ ਵਾਰ ਕਿਉਂ? ਕਿਉਂਕਿ ਹਰੇਕ ਧਿਰ ਇਸ ਨੂੰ ਆਪਣੀ ਪਾਰਟੀ ਦਾ ਬਿੱਲ ਦੱਸਣ ਦੇ ਵਿੱਚ ਲੱਗੀ ਹੈ। ਕਾਂਗਰਸ ਵੀ ਕਹਿ ਰਹੀ ਹੈ ਕਿ ਸਾਡੇ ਵੇਲੇ ਇਹ ਬਿੱਲ ਆਇਆ ਸੀ, ਤਾਂ ਬੀਜੇਪੀ ਕਹਿ ਰਹੀ ਹੈ ਕਿ ਇਹ ਬਿੱਲ ਬਿਲਕੁਲ ਨਵਾਂ ਹੈ। ਜਿਹੜਾ ਕਾਂਗਰਸ ਦੇ ਵੇਲੇ ਆਇਆ ਸੀ ਉਸ ਦੀ ਤਾਂ ਮਿਆਦ ਹੀ ਖਤਮ ਹੋ ਚੁੱਕੀ ਸੀ। महिलाओं को अधिकार देने का, महिलाओं की शक्ति का उपयोग करने का वो काम, शायद ईश्वर ने ऐसे कई पवित्र काम के लिए मुझे चुना है। एक बार फिर हमारी सरकार ने इस दिशा में कदम बढ़ाया है। कल ही कैबिनेट में महिला आरक्षण वाला जो विधेयक है उसको मंजूरी दी गई है। ऑल पार्टी मीटिंग में भी इसकी बातचीत हुई। पीछे खड़गे साहब ने और तमाम पार्टियों ने जब मीटिंग की तो उन्होंने कहा कि वुमेन रिजर्वेशन आनी चाहिए। और 2017 और 2018 में राहुल गांधी जी और सोनिया गांधी जी ने चिट्ठी लिखा देश के प्रधानमंत्री जी को। मेरे को राहुल जी की चिट्ठी की तो तारीख भी, डेट भी याद है, 16 जुलाई 2018 को चिट्ठी लिखकर ये कहा कि वुमेन रिजर्वेशन बिल आपको लाना चाहिए, हम इसका समर्थन करें। तो आज वो फाइनली वो बिल लेकर आए, देर आए दुरुस्त आए। मोदी जी को हर चीज़ चुनाव के समय याद आती है, चाहे वो सिलेंडर के दाम हो। पूरा देश 9 साल से चला रहा है कि भाई सिलेंडर महंगा है, सिलेंडर महंगा है, लेकिन अभी उन्होंने फैसला लिया। ये पूरे देश की 2004 से डिमांड थी और मेरे को पता है कि सोनिया जी शी इज़ वेरी कीन कि वुमेन रिजर्वेशन आनी चाहिए। ਕਿ ਸਮੇਂ ਦੇ ਨਾਲ ਟੈਕਨੋਲੋਜੀ ਦੀਆਂ ਲੋੜਾਂ ਦੇ ਮੁਤਾਬਕ ਵੱਧ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਗਿਣਤੀ ਦੇ ਮੁਤਾਬਕ ਨਵੇਂ ਪਾਰਲੀਮੈਂਟ ਦੀ ਜ਼ਰੂਰਤ ਸੀ।
इस करके मैं देश की सरकार नूं भी सारे देश वासियों नूं भी बधाई देना। और ये भी खुशी की गल है कि अज पहले दिन विमन रिजर्वेशन बिल जिहड़ा वो भी पार्लीमेंट दे विच आ रहा। इस करके उस बिल का भी मैं स्वागत करदा, उहदे वास्ते भी सारिਆਂ ਨੂੰ बधाई देना और आस करदा कि सारे सहमति नाल उहनूं पास भी। उधर पंजाब कांग्रेस की गल करते हैं राजा वड़िंग ने अपने नसीहत दी है, मीडिया दे विच निजी राय मंजूर नहीं है। राजा वड़िंग ने स्पष्ट कर दिता है पार्टी दे विच अनुशासन जरूरी है, निजी राय देनी है तो पार्टी प्लेटफॉर्म ते गठजोड़ के लिए स्टेट बॉडी की सुनी जाएगी। राजा वड़िंग ने फिर कहा स्टेट बॉडी की सहमति के नाल ही गठजोड़ होगा। श्रोमणी अकाली दल बीजेपी गठजोड़ से भी वड़िंग ने बड़ा दावा किया है। श्रोमणी अकाली दल बीजेपी के तकरीबन गठजोड़ हो चुका है, बस सुखबीर बादल को पासे करने ते बीजेपी अड़ी हुई है। राजा वड़िंग कहते नजर आए। तुहानूं दस्सी कि हाल फिलहाल दे विच कांग्रेस के MPs दे वल्लों पहला रवनीत सिंह बिट्टू ते फिर गुरजीत औजला दे वल्लों गठजोड़ नूं लैके बयान दिता गया सी और दोवां ने कहा सीगा कि पंजाब दे विच आम आदमी पार्टी दे नाल कांग्रेस का गठजोड़ हो चुका है और जिन्हां नूं एतराज़ है वो हाईकमान के सामने अपनी राय रख सकते हैं, अपनी गल रख सकते हैं। ते उस तो बाद हुण राजा वड़िंग दा ये बयान सामने। खड़गे साहब ने कहा कि डिसिप्लिन जरूर पार्टी दे विच दिखना चाहिए एट एवरी लेवल, वर्कर टू ऊपर तक। उन्होंने कहा कि कोई भी व्यक्ति अगर अपने मन की गल दसना चाहता है, वो कई बार लीडर साहबान ये कह देंगे हैं कि मेरे निजी ख्याल है, कहते कि कांग्रेस दे विच हुंदे टीवी ते और सोशल मीडिया ते तुसी अपने निजी ख्याल नहीं दस सकते। निजी अगर राय है तो वो तुसी हाई कमांड कोले आके सानू किसी प्रकार की जिहड़ी भी राय है बजाय कि सोशल मीडिया और मीडिया चैनल तो वो सानू दिती जाए। अगर कोई इस दे बावजूद भी कोताही करेगा तो उहदे ते स्ट्रिक्ट एक्शन लिया जाए। CWC दे विच जिहड़ी लीडरशिप नाल है पर्सनल जिहड़ी गल है वो होगी है और खड़गे साहब ने कहा कि जो भी होगा जैसा भी होगा तमाम लोगों से चर्चा करके थोड़े नाल चर्चा ते सलाह करके हो। साइंस हो चुका है, एक ही बात का पंगा पड़ा है, एक ही बात की दिक्कत है कि दिल्ली चाहती है, बीजेपी चाहती है कि सुखबीर बादल जो अपना मैं समझता हूं कि जमीन खो चुके हैं पंजाब के अंदर, क्योंकि सुखबीर जी एक ऐसा चेहरा है जिससे पंजाब के जो लोग हैं वो जुड़ना नहीं चाहते। इसलिए बीजेपी ने कहा है कि बार बार अगर समझौता करेंगे टूटेंगे तो जो हमारा कैडर है वो भी भाग जाएगा। उन्होंने ये शर्त रखी है कि सुखबीर बादल इस्तीफा दें, अकाली दल का नेतृत्व कोई और करेगा। ये सीधा सीधा उन्होंने तो। उधर मुक्तसर साहिब बस हादसे दे विच कार्रवाई की गई है। बस से ड्राइवर के खिलाफ केस दर्ज किया गया है। ड्राइवर पुष्पिंदर सिंह के खिलाफ मामला दर्ज किया गया। पुलिस ने ड्राइवर को हिरासत दे विच ले लिया। नहर दे विच सवारियां दे नाल भरी हुई बस डिग्गी सी। नहर दे विच डुੱਬਣ दे नाल 8 सवारियां दी मौत हो गई। 11 लोग इस हादसे दे विच जख्मी होए। मुक्तसर कोटकपुरा रोड ते पिंड झबेलवाली दे नेड़े हादसा वापरिया सी और बीते दिनी तस्वीरां सामने आईयां सी। एक निजी ट्रांसपोर्ट कंपनी की बस सीगी, न्यू दीप ट्रांसपोर्ट कंपनी के नाम के नाल ये बस जिहड़ी हैगी वो चल रही सी और सवारियां दे नाल भरी हुई बस इस नहर दे विच डिग्गी सी। इस हादसे दे विच 8 सवारियां दी मौत हो गई। मुक्तसर बस हादसे ਨੂੰ ਲੈ ਕੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਮੌਕੇ ਤੇ ਜਾਇਜ਼ਾ ਲੈਣ ਦੇ ਲਈ ਪਹੁੰਚੇ। ਡਾਕਟਰ ਰੂਹੀ ਦੋਗਨੀ ਗੱਲਬਾਤ ਕਰਦੇ ਆ। ਸਰ ਹੁਣ ਤੱਕ ਕੀ ਇਨਫੋਰਮੇਸ਼ਨ ਹੈ, ਕਿੰਨੇ ਲੋਕ ਬੱਸ ਦੇ ਵਿੱਚ ਸਵਾਰ ਸੀ, ਕਿਵੇਂ ਪੂਰਾ ਹਾਦਸਾ ਹੋਇਆ ਔਰ ਕੈਚੁਅਲਟੀ ਕੀ ਹੈ? देखो जी इंसीडेंट किस तरह होया ਉਹਦੀ ਤਾਂ ਜਾਂਚ ਹੋਏਗੀ तो उस तो बाद ही पता चल सकता है कि की कॉज ऑफ एक्सीडेंट रहा है। जो लगभग ਹੁਣ तक इन्फॉर्मेशन आ रही है कि लगभग 35 ਤੋਂ 40 ਦੇ ਵਿੱਚ ਸਵਾਰ ਸੀਗੇ, ਜਿਸ ਵਿੱਚੋਂ ਜਿਹੜੇ 10 ਇੰਜਰਡ ਸੀਗੇ, 11 ਇੰਜਰਡ ਸੀਗੇ ਉਹ ਹਸਪੀਟਲ ਦੇ ਵਿੱਚ ਉਹਨਾਂ ਦਾ ਸਿਵਲ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ। 2 ਉਹਨਾਂ ਚੋਂ ਡਿਸਚਾਰਜ ਵੀ ਹੋ ਗਏ ਹਨ ਤੇ 8 ਵਿਅਕਤੀਆਂ ਦੀ ਹੁਣ ਤੱਕ ਮੌਤ ਦੀ ਜਿਹੜੀ ਪੁਸ਼ਟੀ ਹੋਈ ਹੈ। ਆਇਡੈਂਟੀਫਾਈ ਹੋਇਆ ਸਰ ਕਿੱਥੋਂ ਦੇ ਰਹਿਣ ਵਾਲੇ ਸੀ, ਹੁਣ ਤੱਕ ਕਿੰਨੇ ਲੋਕਾਂ ਦੇ ਪਰਿਵਾਰ ਪਹੁੰਚ ਚੁੱਕੇ ਨੇ? ਜੀ ਇਹਨਾਂ ਵਿੱਚੋਂ ਜਿਹੜੇ ਇੰਜਰਡ ਹੈ ਉਹ ਸਾਰੇ ਫੈਮਿਲੀ ਮੈਂਬਰਸ ਦੇ ਨਾਲ ਕੰਟੈਕਟ ਹੋ ਗਿਆ ਹੈ, ਉਹਨਾਂ ਨੂੰ ਮਿਲ ਲਿਆ ਗਿਆ ਹੈ ਤੇ ਜਿਹੜਿਆਂ ਦੀ ਡੈਥ ਹੋਈ ਹੈ ਉਹਨਾਂ ਵਿੱਚੋਂ 5 ਫੈਮਿਲੀ ਦੀ ਜਿਹੜੀ ਹੈ ਡੈਡ ਦੀ ਜਿਹੜੀ ਹੈ ਪੁਸ਼ਟੀ ਹੋ ਗਈ ਹੈ, ਉਹਨਾਂ ਦੀ ਫੈਮਿਲੀਜ਼ ਆ ਚੁੱਕੀਆਂ, 3 ਨੂੰ ਹਜੇ ਆਇਡੈਂਟੀਫਾਈ ਕਰਨਾ ਬਾਕੀ ਹੈ। ਹਸਪੀਟਲ ਕਿਹੜੇ ਸਿਟੀ ਸਕੈਨ ਦੇ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ, ਤੁਸੀਂ ਕੋਈ ਆਦੇਸ਼ ਕੀਤੇ ਨੇ ਕਿ ਇਸ ਤਰ੍ਹਾਂ ਦੇ ਮੌਕੇ ਤੇ ਘੱਟੋ ਘੱਟ ਪੈਸੇ ਨਾ ਲਏ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੀ। ਜਿਹੜੀ ਪੂਰੀ ਕਾਸਟ ਹੈ ਉਹ ਗਵਰਨਮੈਂਟ ਵੱਲੋਂ ਬੇਅਰ ਕੀਤੀ ਜਾਏਗੀ। ਕਲੀਅਰ ਇਨਸਟਰਕਸ਼ਨਸ ਹੈਗੀਆਂ ਹੈ ਤੇ ਜੋ ਵੀ ਉਹਨਾਂ ਨੂੰ ਹੋਰ ਵੀ ਫੈਸਿਲਿਟੀਜ਼ ਵਗੈਰਾ ਹੈਗਾ ਉਹ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਉਹ ਪ੍ਰਸ਼ਾਸਨ ਵੱਲੋਂ ਉੱਥੇ ਪ੍ਰੋਵਾਈਡ ਕੀਤੇ ਜਾ ਰਹੀਆਂ। ਕਿਸੇ ਵੀ ਤਰੀਕੇ ਦੀ ਕਾਸਟ ਕਿਸੇ ਵੀ ਪੇਸ਼ੈਂਟ ਤੋਂ ਨਹੀਂ ਚਾਰਜ ਕੀਤੀ ਜਾ ਰਹੀ। ਲਾਸਟ ਸਵਾਲ ਮੇਰਾ, ਜਿਹੜੇ ਮਿਸਿੰਗ ਨੇ ਕਿਸ ਤਰ੍ਹਾਂ ਦੀ ਸਰਚ ਕੀਤੀ ਜਾ ਰਹੀ ਹੈ? ਐਨਡੀਆਰਐਫ ਦੀਆਂ ਟੀਮਾਂ ਤੈਨਾਤ ਨੇ, ਸਿਵਲ ਦੇ ਕਿੰਨੇ ਅਧਿਕਾਰੀ ਤੈਨਾਤ ਕੀਤੇ ਗਏ ਨੇ, ਕਿਸ ਤਰ੍ਹਾਂ ਸਰਚ ਚੱਲ ਰਹੀ ਮੈਮ? ਸੋ ਇੱਥੇ ਐਨਡੀਆਰਐਫ ਦੀਆਂ ਟੀਮਸ ਜਿਹੜੀਆਂ ਸੀਗੀਆਂ ਉਹ ਆ ਚੁੱਕੀਆਂ ਹੈ।
ਅਸੀਂ ਫਿਲਹਾਲ ਜੋ ਹੈ ਜਿੰਨਾ ਟਿਲ ਡੇ ਲਾਈਟ ਹੈ ਇਹ ਸਰਚ ਆਪਰੇਸ਼ਨਸ ਜਾਰੀ ਰਹਿਣਗੇ ਤੇ ਇਸ ਦੇ ਵਿੱਚ ਅਸੀਂ 15 ਕਿਲੋਮੀਟਰ ਰੇਡੀਅਸ ਤੱਕ ਜੋ ਹੈ ਇਹ ਸਰਚ ਆਪਰੇਸ਼ਨ ਸਾਡੇ ਚੱਲਣਗੇ। ਇਹ ਫਿਲਹਾਲ ਸਾਡਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਤਹਿਸੀਲਦਾਰ SDM ਸਾਰਿਆਂ ਦੀ ਇੱਥੇ ਰੈਗੂਲਰ ਇੱਥੇ ਹੀ ਤੈਨਾਤ ਰਹਿਣਗੇ ਤਾਂ ਉਹ ਪੂਰਾ ਜਿਹੜਾ ਆਪਰੇਸ਼ਨ ਹੈਗਾ ਉਹਨੂੰ ਓਵਰਸੀ ਕਰਨਗੇ। ਇਹ ਟੂਲ ਦਾ ਏਰੀਆ ਪੈਂਦਾ ਮੈਮ, ਜਿਹੜੀ ਸੜਕ ਦੀ ਗੱਲ ਕੀਤੀ ਜਾਵੇ ਕਹਿੰਦੇ ਕੋਈ ਐਂਬੂਲੈਂਸ ਕੋਈ ਫਸਟ ਏਡ ਵਾਸਤੇ ਉਹਨਾਂ ਦੀ ਕੋਈ ਟੀਮ ਨਹੀਂ ਪਹੁੰਚੀ ਮੌਕੇ ਤੇ, ਲੱਗਦਾ ਨਹੀਂ ਪਹੁੰਚਣਾ ਚਾਹੀਦਾ ਸੀ? ਨਹੀਂ ਇਸ ਤਰ੍ਹਾਂ ਨਹੀਂ ਹੈ ਜੀ, ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ ਉਹਦੇ ਵਿੱਚ ਜਿਹੜਾ ਹੈਗਾ ਇੱਥੇ ਰੈਸਕਿਊ ਦੇ ਲਈ ਸਾਡੀਆਂ ਟੀਮਸ ਪਹੁੰਚ ਗਈਆਂ ਸੀ, ਐਂਬੂਲੈਂਸ ਪਹੁੰਚ ਗਈ ਸੀ, ਸੋ ਉਹ ਜੋ ਵੀ ਰੈਸਕਿਊ ਆਪਰੇਸ਼ਨ ਸੀਗੇ ਉਹ ਇਮੀਡੀਏਟਲੀ ਸਟਾਰਟ ਕਰ ਦਿੱਤੇ ਗਏ ਸੀ। ਬਿਲਕੁਲ, ਮੁਕਤਸਰ ਦੇ ਡਿਪਟੀ ਕਮਿਸ਼ਨਰ ਨੇ ਡਾਕਟਰ ਰੂਹੀ ਦੁੱਗ ਕਹਿ ਰਹੇ ਆ ਕਿ ਮੌਕੇ ਤੇ ਪਹੁੰਚੇ ਆ, 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਾਂਚ ਚੱਲ ਰਹੀ ਹੈ ਕਿ ਆਖਿਰਕਾਰ ਹਾਦਸਾ ਕਿਵੇਂ ਹੋਇਆ। ਪਰ ਦੂਸਰੇ ਪਾਸੇ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਹਸਪੀਟਲ ਦੇ ਵਿੱਚ ਕੁਝ ਪੈਸਿਆਂ ਦੀਆਂ ਪਰਚੀਆਂ ਜਾਂ ਵਸੂਲੀ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਵੀ DC ਸਖਤ ਨਜ਼ਰ ਆ ਰਹੇ ਨੇ। ਕਹਿ ਰਹੇ ਕਿ ਜਿਹੜੇ ਮਿਸਿੰਗ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਪ੍ਰਸ਼ਾਸਨ ਹੈ ਜਿਹੜਾ ਦਿਲੋਂ ਤੌਰ ਤੇ ਉਹਨਾਂ ਦੇ ਨਾਲ ਹੈ। ਮੁਕਤਸਰ ਤੋਂ ਸੂਰਜਪਾਨ, ਨਿਊਜ਼ 18 ਪੰਜਾਬ। ਬੜੀ ਦੁਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੇ ਵਿੱਚੋਂ ਕੁਝ 5-6 ਜੋ ਸਵਾਰੀਆਂ ਸਾਡੀ ਟਰਾਂਸਪੋਰਟ ਕੰਪਨੀ ਤੇ ਵਿਸ਼ਵਾਸ ਕਰਕੇ ਸਾਡੇ ਨਾਲ ਸਫ਼ਰ ਕਰਦੀਆਂ ਸੀ, ਉਹਨਾਂ ਦੀ ਉਹ ਇਸ ਹਾਦਸੇ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਮੈਂ ਇਸ ਗੱਲ ਦੀ ਪੂਰੀ ਜ਼ਿੰਮੇਵਾਰੀ ਲੈਣਾ, ਇਸ ਗੱਲ ਦਾ ਪੂਰਾ ਆਪਦੀ ਹੱਥ ਬੰਨ੍ਹ ਕੇ ਆਪਦੀ ਗਲਤੀ ਮੰਨਦਾ ਕਿ ਮੇਰੇ ਸਟਾਫ ਤੋਂ ਇਹ ਬੜੀ ਭਾਰੀ ਗਲਤੀ ਹੋਈ ਆ ਔਰ ਮੈਂ ਉਹਨਾਂ ਇਨਸਾਨਾਂ 'ਚੋਂ ਆ ਜੋ ਅਗਰ ਗਲਤੀ ਹੋ ਜੇ ਤਾਂ ਉਹਨਾਂ 'ਚੋਂ ਮੰਨਣ ਵਾਲਿਆਂ 'ਚੋਂ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਆਪਦੇ ਨਤਮਸਤਕ ਹੋ ਕੇ ਇਸ ਗਲਤੀ ਮੰਨਦਾ ਕਿ ਮੇਰੇ ਸਟਾਫ ਤੋਂ ਬੜੀ ਭਾਰੀ ਇਹ ਗਲਤੀ ਹੋਈ ਆ। ਮੇਰੀ ਕੰਪਨੀ ਤੇ ਬੜਾ ਵੱਡਾ ਦਾਗ ਲੱਗਿਆ ਇਸ ਗੱਲ ਦਾ ਕਿ ਅੱਜ ਸਭ ਤੋਂ ਬੜਾ ਭਾਰੀ ਨੁਕਸਾਨ ਹੋ ਗਿਆ। ਪ੍ਰਸ਼ਾਸਨ ਕਹਿ ਲਓ ਜਾਂ ਜੋ ਜਿਸ ਵੀ ਬੰਦੇ ਦੀ ਜ਼ਿੰਮੇਵਾਰੀ ਇਹਦੇ ਤੇ ਨਿਸ਼ਚਿਤ ਹੁੰਦੀ ਹੈ ਕਿ ਕਿਉਂ ਐਡੀ ਵੱਡੀ ਘਟਨਾ ਵਾਪਰੀ, ਉਸ ਤੇ ਐਕਸ਼ਨ ਲੈਣਾ ਬਹੁਤ ਜ਼ਰੂਰੀ ਔਰ ਜਲਦ ਐਕਸ਼ਨ ਲੈਣਾ ਬਣਦਾ। ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਇਸ ਹਾਦਸੇ 'ਚ ਸ਼ਿਕਾਰ ਹੋਏ ਨੇ ਉਹਨਾਂ ਨੂੰ ਵੀ ਮੈਂ ਮਿਲ ਕੇ ਆਈ ਹਾਂ, ਜਿੱਥੇ ਕਿਤੇ ਪਰਿਵਾਰ ਫਾਈਨੈਂਸ਼ੀਅਲੀ ਹੈਲਪ ਦੀ ਲੋੜ ਹੈ ਉਹ ਵੀ ਕਰਾਂਗੇ। ਬਾਕੀ ਕੱਲ੍ਹ ਨੂੰ ਮੈਂ ਫੇਰ ਆਵਾਂਗੀ, ਸੋ ਇੱਕ ਪਰਿਵਾਰ ਨੂੰ ਮਿਲ ਕੇ